सूबे भर तो एक ही आवाज़ निकल रही है मोदी सरकार दे जो किसानों ਨੂੰ ਲੈ ਕੇ ਬਿੱਲ ਪੇਸ਼ ਕੀਤੇ ਗਏ ਖੇਤੀਬਾੜੀ ਨੂੰ ਲੈ ਕੇ ਬਿੱਲ ਪੇਸ਼ ਕੀਤੇ ਗਏ ਨੇ ਉਹ ਕਿਸਾਨ ਮਾਰੂ ਪੰਜਾਬ ਮਾਰੂ ਲੋਕ ਮਾਰੂ ਔਰ ਮੋਦੀ ਸਰਕਾਰ ਨੂੰ ਜਮਦੂਤ ਡਿਕਲੇਅਰ ਕਰ ਦਿੱਤਾ ਕਿਉਂਕਿ ਜਿਹੜੇ ਬਿੱਲ ਆ ਇਹ ਕਹਿ ਰਹੇ ਕਿ ਕਿਸਾਨਾਂ ਦੇ ਮੌਤ ਦੇ ਵਾਰੰਟ ਆ ਔਰ ਪੰਜਾਬ ਦੇ 5 ਵਿਧਾਇਕਾਂ ਨੇ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਗਿਆ ਉਹ ਪੱਤਰ ਦੇ ਵਿੱਚ ਇੱਕ ਫਾਰਮੂਲਾ ਦੱਸਿਆ ਗਿਆ ਅਗਰ ਉਹ ਫਾਰਮੂਲਾ ਪੰਜਾਬ ਦੇ ਵਿੱਚ ਲਾਗੂ ਹੋ ਜਾਂਦਾ ਤੇ ਪੰਜਾਬ ਦੇ ਕਿਸਾਨਾਂ ਦੇ ਹੀ ਭਲੇ ਦਿਨ ਨਹੀਂ ਆਉਣਗੇ ਪੰਜਾਬ ਦੇ ਵੀ ਭਲੇ ਦਿਨ ਵਾਪਸ ਆ ਜਾਣਗੇ। ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਹੋਣਾ ਨਾਲ। ਖੈਰ ਸੋ ਜਿਹੜਾ ਫਾਰਮੂਲਾ ਜਾਂ ਜਿਸ ਸੰਵਿਧਾਨ ਦੀ ਤੁਸੀਂ ਦਲੀਲ ਦਿੱਤੀ ਆ ਤਾਂ ਲੱਗਦਾ ਕਿ ਉਹ ਸਰਕਾਰਾਂ ਜਿਹੜੀਆਂ ਸਰਕਾਰਾਂ ਹਮੇਸ਼ਾ ਸੈਂਟਰ ਦੇ ਵਿੱਚ ਚਾਹੇ ਉਹ ਕਾਂਗਰਸ ਰਹੀ ਹੋਵੇ ਚਾਹੇ ਹੁਣ ਬੀਜੇਪੀ ਰਹੀ ਹੋਵੇ ਪੰਜਾਬ ਦੇ ਨਾਲ ਹਮੇਸ਼ਾ ਮਤਰੇਆ ਸਲੂਕ ਕਰਦੀਆਂ ਰਹੀਆਂ ਉਹ ਫਾਰਮੂਲਾ ਜਾਂ ਸੰਵਿਧਾਨ ਨੂੰ ਦੀ ਦਲੀਲ ਦਿੱਤੀ ਹੈਗੀ ਉਹ ਆਸਾਨੀ ਨਾਲ ਮੰਨ ਲਈ ਜਾਏਗੀ। ਜੀ ਮੰਨਣਾ ਜਾਂ ਨਹੀਂ ਮੰਨਣਾ ਉਹਨਾਂ ਦੀ ਮਰਜ਼ੀ ਆ ਪਰ ਮੈਂ ਜੋ ਦੇਖ ਰਿਹਾ ਵਾਤਾਵਰਨ ਉਹ ਧੱਕੇ ਦੇ ਨਾਲ ਸਾਡੇ ਨਾਲ ਜ਼ਿਆਦਤੀ ਕਰ ਰਹੇ ਨੇ। ਮਤਲਬ ਉਹ ਕੇਂਦਰ ਸਰਕਾਰ ਪ੍ਰਾਈਮ ਮਿਨਿਸਟਰ ਸਾਹਿਬ ਦੁਬਾਰਾ ਕਦੀ ਟਵਿੱਟਰ ਤੇ ਪੰਜਾਬੀ ਜਾਂਦੇ ਨੇ ਕਿ ਇਹ ਕਾਨੂੰਨ ਤੁਹਾਡੇ ਲਈ ਬਹੁਤ ਚੰਗਾ ਵਾ। ਦਿੱਲੀ ਬੈਠ ਕੇ ਉਹਨਾਂ ਨੂੰ ਕਿੱਦਾਂ ਪਤਾ ਕਿ ਪੰਜਾਬ ਦੀ ਧਰਤੀ ਤੇ ਪੰਜਾਬ ਦਾ ਕਿਸਾਨ ਕਿਹੜੇ ਹਾਲਾਤਾਂ 'ਚੋਂ ਗੁਜ਼ਰ ਰਿਹਾ ਵਾ, ਕਿੰਨਾ ਕਰਜ਼ਾ ਵਾ, ਕਿੱਦਾਂ ਆਤਮ ਹੱਤਿਆ ਹੋ ਰਹੀਆਂ। ਉਹ ਸਾਨੂੰ ਧੱਕੇ ਦੇ ਨਾਲ ਮਨਾਉਣਾ ਚਾਹੁੰਦੇ ਨੇ ਕਿ ਅਸੀਂ ਤੁਹਾਡੇ ਲਈ ਕਾਨੂੰਨ ਚੰਗਾ ਵਾ। ਅਸੀਂ ਕੋਈ ਬੱਚੇ ਨਹੀਂਗੇ, ਸਾਰੀਆਂ ਪੋਲੀਟੀਕਲ ਪਾਰਟੀਆਂ ਕੋਈ ਕਮਲੀਆਂ ਨਹੀਂ ਆ। ਕਿਸਾਨ ਜਥੇਬੰਦੀਆਂ ਬਹੁਤ ਸੁਹਿਰਦ ਤੇ ਸਿਆਣੀਆਂ ਨੇ। ਕਿਸਾਨ ਜਥੇਬੰਦੀਆਂ ਨਾਲੋਂ ਮੋਦੀ ਸਾਹਿਬ ਨੂੰ ਕਿੱਦਾਂ ਇਲਮ ਆ ਕਿ ਇਹ ਜ਼ਿਆਦਾ ਚੰਗਾ ਕਾਨੂੰਨ ਦੇ ਵਾਸਤੇ ਪੰਜਾਬ ਵਾਸਤੇ। ਇਸ ਲਈ ਅਸੀਂ ਅੱਜ ਇੱਕ ਪੱਤਰ ਲਿਖਿਆ 5 ਵਿਧਾਇਕਾਂ ਨੇ। ਅਸੀਂ ਉਹਦੇ 'ਚ ਇਹ ਕਿਹਾ ਕਿ ਤੁਸੀਂ ਕੌਨਸਟੀਟਿਊਸ਼ਨ ਦੇ ਆਰਟੀਕਲ 370 ਜਿਹੜਾ ਪਹਿਲਾਂ ਜੰਮੂ ਕਸ਼ਮੀਰ ਨੂੰ ਦਿੰਦਾ ਸੀ ਛੋਟ ਉਹਦੇ 'ਚ ਕਲੀਅਰ ਕੱਟ ਸੀ, ਚਲੋ ਹੁਣ ਰੱਦ ਕਰਤਾ। ਉਹਦੇ 'ਚ ਕਲੀਅਰ ਕੱਟ ਸੀਗਾ ਕਿ ਲੋਕ ਸਭਾ ਜਦੋਂ ਕਾਨੂੰਨ ਬਣਾਉਂਦੀ ਸੀ ਉਹਦੇ 'ਚ ਇੱਕ ਲਾਈਨ ਲਿਖੀ ਜਾਂਦੀ ਸੀ ਕਿ ਇਹ ਕਾਨੂੰਨ ਸਾਰੇ ਦੇਸ਼ 'ਚ ਲਾਗੂ ਹੋਵੇਗਾ ਲੇਕਿਨ ਜੰਮੂ ਕਸ਼ਮੀਰ ਦੇ ਵਿੱਚ ਲਾਗੂ ਨਹੀਂ ਹੋਵੇਗਾ। ਇਹਦਾ ਮਤਲਬ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਆ ਕਿ ਕਾਨੂੰਨ ਅਗਰ ਕੋਈ ਸੂਬਾ ਵਿਰੋਧ ਕਰਦਾ ਉੱਥੇ ਨਾ ਲਾਗੂ ਕਰੋ। ਹੁਣ ਵੀ ਆਰਟੀਕਲ 371 ਕਲੌਜ਼ ਏ ਤੋਂ ਲੈ ਕੇ ਕਲੌਜ਼ ਜੇ ਤੱਕ 10 ਸਟੇਟਾਂ ਮਹਾਰਾਸ਼ਟਰ, ਗੁਜਰਾਤ ਮੋਦੀ ਸਾਹਿਬ ਦੀ ਸਟੇਟ, ਗੋਆ ਤੇ ਨਾਰਥ ਈਸਟ ਦੀਆਂ ਸਟੇਟਾਂ ਉਹਦਾ ਫਾਇਦਾ ਲੈ ਰਹੀਆਂ ਨੇ। ਉਹਨਾਂ ਤੇ ਕਈ ਤਰ੍ਹਾਂ ਦੇ ਕਾਨੂੰਨ ਉਹਨਾਂ ਤੇ ਨਹੀਂ ਲਾਗੂ ਹੋ ਰਹੇ। ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਸਾਨੂੰ ਵੀ ਛੱਡ ਦਿਓ। ਤੁਸੀਂ ਕਹਿੰਦੇ ਸਾਡੇ ਲਈ ਬਹੁਤ ਚੰਗਾ, ਅਸੀਂ ਕਹਿੰਦੇ ਸਾਡੇ ਲਈ ਨਹੀਂ ਚੰਗਾ, ਤੁਸੀਂ ਬਾਕੀ ਦੇਸ਼ ਵਿੱਚ ਲਾਗੂ ਕਰ ਦਿਓ। ਧੱਕਾ ਜਿਹੜਾ ਜਮਹੂਰੀਅਤ ਦਾ ਬੇਸਿਕ ਐਸੈਂਸ ਹੈ ਨਾ, ਜਿਹੜਾ ਵੱਡਾ ਸਭ ਤੋਂ ਫੰਡਾਮੈਂਟਲ ਅਸੂਲ ਆ ਉਹ ਇਹੀ ਹੈ ਨਾ ਕਿ ਜਮਹੂਰੀਅਤ ਵਿੱਚ ਕੋਈ ਵੀ ਕਾਨੂੰਨ ਬਣਾਇਆ ਜਾਵੇਗਾ ਲੋਕਾਂ ਦੀ ਮਰਜ਼ੀ ਨਾਲ ਬਣਾਇਆ ਜਾਵੇਗਾ ਤੇ ਸਾਡਾ ਇਹ ਮੰਨਦੇ ਸੁਣਦੇ ਨਹੀਂਗੇ। ਵਿਧਾਨ ਸਭਾ ਦਾ ਜਿਹੜਾ ਮਤਾ ਹੈ ਨਾ 28 ਅਗਸਤ ਦਾ ਉਹ ਇਕੱਲੇ 117 ਬੰਦਿਆਂ ਦਾ ਨਹੀਂਗਾ, ਉਹ ਪੌਣੇ 3 ਕਰੋੜ ਆਬਾਦੀ ਪੰਜਾਬ ਦੀ ਉਹਦੇ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਕਿ ਸਾਨੂੰ ਖਹਿੜਾ ਛੱਡੋ, ਸਾਡੇ ਤੇ ਲਾਗੂ ਨਾ ਕੀਤਾ ਜਾਵੇ। ਇੱਕ ਤਾਂ ਇਹ ਚਿੱਠੀ ਲਿਖੀ ਹੈ। ਲੋਕ ਸਭਾ 'ਚ ਮੰਨਿਆ ਕਿ 303 ਇਹਨਾਂ ਕੋਲ ਐਮਪੀ ਸੀ ਭਾਰਤੀ ਜਨਤਾ ਪਾਰਟੀ ਵੱਲੋਂ। ਰਾਜ ਸਭਾ ਦੇ ਵਿੱਚ ਜਿਸ ਤਰ੍ਹਾਂ ਬਿੱਲ ਪਾਸ ਕੀਤੇ ਗਏ ਨੇ ਤੇ ਵਾਕਈ ਜਮਹੂਰੀਅਤ ਢਾਂਚੇ ਦਾ ਕਤਲ ਹੈ ਜੀ। ਸ਼ਰੇਆਮ ਧੱਕੇਸ਼ਾਹੀ ਆ। ਸ਼ੋਰ ਸ਼ਰਾਬੇ ਦੇ ਵਿੱਚ ਵੌਇਸ ਵੋਟ ਦੇ ਨਾਲ ਜੋ ਹਾਂ ਪੱਕੀ ਉਹ ਹਾਂ ਕਰ ਦਿਓ, ਨਾ ਪੱਕੀ ਨਾ ਕਹੋ, ਪੁੱਛਦਾ ਕੋਈ। ਇਹਦਾ ਜਿੱਦਾਂ ਨਾ ਕੋਈ ਇਹਦੇ ਨਾਲ ਉਹਦਾ ਪਿੰਡ ਦੀ ਪੰਚਾਇਤ ਬੈਟਰ ਫੰਕਸ਼ਨ ਕਰਦੀ ਆ। ਇਸ ਕਰਕੇ ਇਹ ਉਹ ਜ਼ੋਰ ਅਜਮਾਈ ਕਰ ਰਹੇ ਨੇ। ਦੂਜਾ ਮੈਂ ਕੈਪਟਨ ਸਾਹਿਬ ਨੂੰ ਅਸੀਂ ਸਭ ਕਹਿਣਾ ਚਾਹੁੰਦੇ ਹਾਂ ਕਿ ਹੁਣ ਜਦੋਂ ਸਾਡੇ ਕੋਲ ਹੋਰ ਕੋਈ ਰਾਹ ਨਹੀਂਗਾ, ਆਪਣੇ ਕੋਲ ਹੋਰ ਦਲੀਲ ਵੀ ਦੇ ਕੇ ਦੇਖ ਲਈ, ਧਰਨੇ ਮਾਰ ਕੇ ਵੀ ਦੇਖ ਲਏ, ਫਿਰ ਤੁਸੀਂ ਵਿਧਾਨ ਸਭਾ ਦਾ ਇੱਕ ਸੈਸ਼ਨ ਬੁਲਾਓ ਪੰਜਾਬ ਦਾ ਸਪੈਸ਼ਲ, ਇੱਕ ਦਿਨ ਦਾ ਬੁਲਾ ਲਓ ਭਾਵਾਂ। ਇਹ ਕਾਨੂੰਨ ਹੀ ਰੱਦ ਕਰ ਦਿਓ, ਆਰ ਪਾਰ ਦੀ ਲੜਾਈ ਐਲਾਨ ਕਰ ਦਿਓ। ਜੇ ਤੁਸੀਂ ਸਾਡੀ ਨਹੀਂ ਸੁਣਦੇ ਤਾਂ ਅਸੀਂ ਤੁਹਾਡੀ ਵੀ ਨਹੀਂ ਸੁਣਦੇ। ਮੰਨ ਲਓ ਵਿਧਾਨ ਸਭਾ ਕਾਨੂੰਨ ਰੱਦ ਕਰ ਦਿੰਦੀ ਸੈਂਟਰ ਨਹੀਂ, ਫਿਰ ਤੇ ਇੱਕ ਆਰ ਪਾਰ ਦੀ ਲੜਾਈ ਹੋਊਗੀ। ਫਿਰ ਆਪਾਂ ਕਣਕ ਝੋਨਾ ਜਿਹੜਾ CCL ਲਿਮਟ ਬਣਦੀ ਹੈਗੀ ਆਪਾਂ ਇੰਨੇ ਸਮਰਥ ਆ ਗਏ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਕਣਕ ਝੋਨਾ ਖਰੀਦ ਸਕੇ। ਸਰਕਾਰ ਜੀ ਵੈਸੇ ਵੀ ਖਤਮ ਕਰ ਦੇਣਾ ਇਹਨਾਂ ਨੇ ਆਲਰੇਡੀ। ਜਿਸ ਢੰਗ ਦੇ ਨਾਲ APMC ਐਕਟ ਅਬੋਲਿਸ਼ ਕੀਤਾ ਜਾ ਰਿਹਾ, ਇਹ ਤਾਂ ਤੁਸੀਂ ਮੰਨਦੇ ਨਾ ਕਿ 4000 ਕਰੋੜ ਰੁਪਏ ਪੰਜਾਬ ਮੰਡੀ ਬੋਰਡ ਦੀ ਆਮਦਨ ਖਤਮ ਹੋ ਜਾਵੇਗੀ। ਤੋ ਇਸ ਤਰੀਕੇ ਨਾਲ MSP ਅਗਰ ਇੱਕ ਲੈਟਸ ਸੇ 1-2 ਫਸਲਾਂ ਤੇ 1-2 ਸਾਲ ਦੇ ਵੀ ਦੇਣਗੇ, ਬਾਅਦ ਵਿੱਚ ਚੁੱਪ ਚਪੀਤੇ ਕਹਿ ਦੇਣਗੇ ਕਿ ਅਸੀਂ MSP ਰਹੂਗੀ ਤੇ ਖਰੀਦੂਗਾ ਕੋਈ ਨਹੀਂ, ਆਪਾਂ ਕਿਹੜਾ ਮੁੜ ਕੇ ਲੱਤ ਭੰਨ ਲਾਂਗੇ ਇਹਨਾਂ ਦੀ। ਅੱਜ ਵੀ ਤੁਸੀਂ ਦੇਖੋ MSP ਤਾਂ 12-15 ਕ੍ਰੌਪਸ ਤੇ ਆ, ਪਰ ਮੱਕੀ ਸਾਡੀ ਜਿਹੜੀ ਆ ਉਹ ਰੁਲ ਰਹੀ ਆ, ਕਪਾਹ ਜਿਹੜੀ ਸਾਡੀ ਰੁਲ ਰਹੀ ਆ, ਤੇ ਫਿਰ ਫਾਇਦਾ ਕੀ ਇਸ ਤਰ੍ਹਾਂ ਦੀ MSP ਦਾ। ਦੇਅਰਫੋਰ ਇਹ ਸਾਰਾ ਜਿਹੜਾ ਇਹ ਨਾ ਇੱਕ ਚੋਰ ਦਰਵਾਜ਼ੇ ਰਾਹੀਂ ਇੱਕ ਬੜੀ ਗਿਣੀ ਮਿੱਥੀ ਸਾਜ਼ਿਸ਼, ਕਿਉਂਕਿ ਸ਼ਾਂਤਾ ਕੁਮਾਰ ਦੀ ਇੱਕ ਕਮੇਟੀ ਬਣੀ ਸੀ BJP ਨੇ ਪਿਛਲੀ ਸਰਕਾਰ ਵਿੱਚ, ਉਹਦੀ ਰਿਪੋਰਟ ਪਈ ਹੈ ਨਾ ਕੋਲ, ਔਰ ਸ਼ਾਂਤਾ ਕੁਮਾਰ ਨੇ ਇਹ ਦਲੀਲ ਦਿੱਤੀ ਸੀਗੀ ਕਿ FCI ਜਿਹੜੀ ਆ ਇਹ 3.5 ਲੱਖ ਕੇ 4 ਲੱਖ ਕਰੋੜ ਦੀ ਕਰਜ਼ਈ ਹੋ ਗਈ ਆ। ਇਹ ਘਾਟੇ ਦਾ ਸੌਦਾ ਸਾਰੀ MSP ਪ੍ਰਕਿਰਿਆ। ਤੁਸੀਂ ਖੜਾ ਛੱਡੋ, ਇਹਨੂੰ ਕਰੋ ਡਿਸਬੈਂਡ ਤੇ ਸੂਬਿਆਂ ਨੂੰ ਆਪਣੇ ਛੱਡ ਦਿਓ, ਜਿਹੜੇ ਖਰੀਦ ਕਰ ਸਕਦੇ ਨੇ ਕਰ ਲੈਣ। ਇਸ ਲਈ ਜਿਹੜਾ ਮੋਦੀ ਸਾਹਿਬ ਕਦੀ ਪੰਜਾਬੀ 'ਚ ਟਵਿੱਟਰ ਕਰਦੇ ਨੇ, ਕਦੀ ਦਲੀਲਾਂ ਦਿੰਦੇ ਨੇ, ਇਹ ਸਿਰਫ ਟਾਈਮ ਪਾਸ ਹੋ ਰਿਹਾ ਵਾ, ਪੋਲੀਟੀਕਲ ਸਟੰਟ ਆ। 1-2 ਇਲੈਕਸ਼ਨਾਂ ਨਗਾ ਲੈਣਗੇ, ਜਿੱਦਾਂ ਬਿਹਾਰ ਦੀ ਇਲੈਕਸ਼ਨ ਆ, ਉਹਨਾਂ ਨੂੰ ਦਿਸ ਰਹੀ ਆ ਕਿ ਜੇ ਹੁਣੇ ਖਲਾਰਾ ਪੈ ਗਿਆ
ਤੇ ਸਾਨੂੰ ਨੁਕਸਾਨ ਹੋਵੇਗਾ। ਦੇਅਰਫੋਰ ਇਹ ਆਪਣੇ ਹਿੱਤ 'ਚ ਨਹੀਂਗਾ। ਜਿਹੜੇ ਹੁਣ ਇੱਕ ਅਚਾਨਕ 50 ਰੁਪਏ ਦੇ ਵਾਧਾ ਵੀ ਕਰ ਦਿੱਤਾ ਹੈਗਾ, ਪੰਜਾਬ ਦੇ ਬੀਜੇਪੀ ਮੋਦੀ ਦੇ ਨਾਲ ਹੈ ਕਿ ਪੰਜਾਬ ਦੇ ਨਾਲ ਹੋਣੇ ਚਾਹੀਦੇ ਹੈਗੇ ਜੀ? ਦੇਖੋ, ਪੰਜਾਬ ਦੇ ਹਰ ਬਸ਼ਰ ਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ, ਕਿਉਂਕਿ ਅਲਟੀਮੇਟਲੀ ਜਿਹੜਾ ਅੰਨਦਾਤਾ ਹੈ, ਜਿਹਨੇ ਆਪਣਾ ਸਭ ਕੁਝ ਲੁਟਾ ਕੇ 1 ਲੱਖ ਕਰੋੜ ਦਾ ਕਰਜ਼ਈ ਹੋ ਗਿਆ, ਮਰਨ ਤੇ ਆ ਗਿਆ, ਜੇ ਆਪਾਂ ਉਹਦੀ ਵੀ ਸਪੋਰਟ ਨਹੀਂ ਕਰਾਂਗੇ। ਔਰ ਜਿਹੜੀ ਪੰਜਾਬ ਦੀ ਇਕਨੋਮੀ ਆ ਉਹ ਐਗਰੇਰੀਅਨ ਇਕਨੋਮੀ ਹੈ। ਸਾਡੇ ਕੋਲ ਦੱਸੋ ਹੋਰ ਕੀ ਹੈ? ਸਾਡੇ ਕੋਲ ਕੋਲਾ ਹੈ ਨਹੀਂ, ਸਾਡੇ ਕੋਲ ਕੋਈ ਹੋਰ ਨੈਚੁਰਲ ਰਿਸੋਰਸ ਹੈ ਨਹੀਂ। ਇੰਡਸਟਰੀ ਸਾਡੀ ਆਲਰੇਡੀ ਪਹਿਲਾਂ ਹੀ ਆਲਮੋਸਟ ਡਿਫੰਕਟ ਆ, ਕਿਉਂਕਿ ਆਪਾਂ ਇੱਕ ਬਾਰਡਰ ਸਟੇਟ ਆ। ਦੇਅਰਫੋਰ ਪੰਜਾਬ ਦੇ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਇਹ ਧਰਮ ਬਣਦਾ ਵਾ ਕਿ ਉਹ ਇਹਨਾਂ ਗੰਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ। ਸੁਖਪਾਲ ਜੀ, ਤੁਹਾਨੂੰ ਲੱਗਦਾ ਨਹੀਂ ਐਡਾ ਦੁੱਖ ਭਰਾ ਗੱਲ ਆ ਕਿ ਜਿਹੜੀ ਲੜਾਈ ਚਾਹੇ ਉਹ ਚੰਡੀਗੜ੍ਹ ਦੀ ਸੀ, ਚਾਹੇ ਐਸਵਾਈਐਲ ਦੀ ਸੀ, ਜਾਂ ਹੁਣ ਜਿਹੜੀ ਖੇਤੀਬਾੜੀ ਬਿੱਲ ਆ, ਇਹ ਸਿੱਧੀ ਸਿੱਖਾਂ ਨਾਲ ਜੁੜ ਜਾਂਦੀ ਹੈ, ਦੂਜਾ ਭਾਈਚਾਰਾ ਚੁੱਪ ਕਰਕੇ ਬੈਠ ਜਾਂਦਾ। ਇਹ ਦੁਖਾਂਤ ਨਹੀਂ ਹੈਗਾ ਜੀ? ਮੇਰਾ ਖਿਆਲ ਹੈ ਕਿ ਠੀਕ ਹੈ, ਉਹ ਲੱਗਦਾ ਹੈ, ਪਰ ਆਈ ਹੈਵ ਸੀਨ ਕਿ ਇਸ ਬਿੱਲਾਂ ਦੇ ਖਿਲਾਫ ਆੜਤੀਏ ਤੇ ਬਹੁਤ ਸਾਰੇ ਹਿੰਦੂ ਤਬਕੇ ਪਿੰਡਾਂ ਵਿੱਚ ਵਸਦੇ ਜਿਹੜੇ ਨੇ, ਜਿਹੜੇ ਸਮਝਦੇ ਨੇ ਕਿ ਸਾਡੀ ਜਿਹੜੀ ਸਾਰਾ ਕੁਝ ਅਰਥ ਵਿਵਸਥਾ ਇਹਦੇ ਨਾਲ ਘੁੰਮ ਰਹੀ ਹੈ, ਉਹ ਵਿਰੋਧ ਕਰ ਰਹੇ ਨੇ। ਔਰ ਅੱਛੀ ਗੱਲ, ਔਰ ਉਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਵਾ। ਔਰ ਦੂਜਾ ਮੈਂ ਕਹਿਣਾ ਚਾਹੁੰਦਾ ਕਿ ਜਿੱਦਾਂ ਬੀਜੇਪੀ ਹੁਣ ਕਰਨ ਤੇ ਆ ਰਹੀ ਹੈ ਨਾ, ਇਹ ਪੰਜਾਬ ਦਾ ਵਾਤਾਵਰਨ ਖਰਾਬ ਕਰਨਗੇ। ਅਗਰ 1980 ਦੇ ਦਹਾਕੇ ਵਿੱਚ ਮਿਲੀਟੈਂਸੀ ਆਈ ਸੀ, ਇਦਾਂ ਹੀ ਆਈ ਸੀਗੀ। ਹੁਣ ਵੀ ਤੁਸੀਂ ਦੇਖੋ ਕਿੰਨੇ ਫਰਸਟ੍ਰੇਟਡ ਨੇ ਸਾਡੇ ਨੌਜਵਾਨ, ਨੌਕਰੀ ਕਿਸੇ ਕੋਲ ਨਹੀਂ ਗਈ। ਮਾੜੀ ਮੋਟੀ ਖੇਤੀ ਤੋਂ ਸਹਾਰਾ ਲੈਂਦੇ ਸੀ, ਉਹ ਵੀ ਤੁਸੀਂ ਖਤਮ ਕਰ ਦਿਓਗੇ। ਵਿਦੇਸ਼ਾਂ 'ਚ ਇਹ ਭੱਜ ਰਹੇ ਨੇ, ਨਸ਼ਿਆਂ 'ਚ ਇਹ ਜਾ ਰਹੇ ਨੇ। ਦੇਅਰਫੋਰ ਐਵਰੀ ਪੋਸੀਬਿਲਿਟੀ ਕਿ ਪੰਜਾਬ ਦੇ ਹਾਲਾਤ ਵਿਗੜਨਗੇ। ਜੇ ਵਿਗੜਨਗੇ ਤਾਂ ਬੀਜੇਪੀ ਰਿਸਪੌਂਸਿਬਲ ਹੋਊਗੀ। ਤੁਹਾਨੂੰ ਲੱਗਦਾ ਕਿ ਅਕਾਲੀ ਦਲ ਜਿਹੜਾ ਯੂ ਟਰਨ ਲੈ ਰਿਹਾ, ਹੁਣ 25 ਤਰੀਕ ਨੂੰ ਇਹ ਵੀ ਸਪੋਰਟ ਕਰਨਗੇ, ਇਹ ਵੀ ਆਪਣੇ ਲੈਵਲ ਦੇ ਧਰਨੇ ਮਾਰਨਗੇ? ਤੁਹਾਨੂੰ ਲੱਗਦਾ ਕਿ ਇਹ ਪਹਿਲਾਂ ਹੀ ਜੇ ਅਗਰ ਹੱਥ ਵੱਢ ਕੇ ਨਾ ਦਿੰਦੇ ਹੈਗੇ, ਜਿੱਦਣ ਆਰਡੀਨੈਂਸ ਪਾਸ ਕੀਤੇ ਗਏ, ਇਹ ਦਿਨ ਨਾ ਦੇਖਣੇ ਪੈਂਦੇ ਹੈਗੇ? ਦੇਖੋ, ਅਕਾਲੀ ਦਲ ਦਾ ਜੋ ਕੁਛ ਹੈ ਨਾ, ਹਾਫ ਹਾਰਟਡ ਤੇ ਬਿਲੇਟਡ ਹੈ। ਅੱਧੀ ਇੱਛਾ ਨਾਲ ਤੇ ਬਹੁਤ ਸਮੇਂ ਤੋਂ ਬਾਅਦ। ਇਹਨਾਂ ਦਾ ਜਿਹੜਾ ਅਸਲ ਫਰਜ਼ ਸੀਗਾ, ਜਿੱਦਣ ਆਰਡੀਨੈਂਸ ਆਏ ਸੀਗੇ, ਉਦਣ ਹੀ ਹਰਸਿਮਰਤ ਕੌਰ ਅਸਤੀਫਾ ਦੇ ਕੇ ਤੇ ਬੀਜੇਪੀ ਦੇ ਨਾਲ ਗੱਠਜੋੜ ਤੋੜ ਦਿੰਦੇ। ਤੇ ਕੇਡਰ ਇਹਨਾਂ ਦੇ ਕੋਲ ਸੀਗਾ ਪੰਜਾਬ ਦੇ ਵਿੱਚ, ਇਹ ਅਗਵਾਈ ਕਰਦੇ ਜਾਂ ਕਿਸਾਨਾਂ ਦੇ ਅੰਦੋਲਨ ਨੂੰ ਸਪੋਰਟ ਕਰਦੇ ਜਾਂ ਇਹਦਾ ਵਿਰੋਧ ਕਰਦੇ, ਫਿਰ ਤਾਂ ਅਸੀਂ ਮੰਨਦੇ ਕਿ ਇਹਨਾਂ ਨੇ ਕੋਈ ਬੰਦਿਆਂ ਵਾਲੀ ਗੱਲ ਕੀਤੀ ਹੈ। ਇਹ ਤਾਂ ਪਹਿਲਾਂ ਉਹਦੀ ਵਜਾਹਤ ਕਰਦੇ ਰਹੇ, ਇੱਥੋਂ ਤੱਕ ਕਿ ਵੱਡੇ ਬਾਦਲ ਸਾਹਿਬ ਤੋਂ ਵੀ ਘਵਾਤਾ ਕਿ ਬੜੇ ਚੰਗੇ ਨੇ ਆਰਡੀਨੈਂਸ। ਹੁਣ ਇਹਨਾਂ ਨੂੰ ਜਦੋਂ ਸੇਕ ਲੱਗਾ ਨਾ, ਜਦੋਂ ਬਾਦਲ ਪਿੰਡ ਘੇਰਿਆ ਗਿਆ ਜਾਂ ਕਿਸਾਨ ਜਿਹੜੇ ਨੇ ਸਾਰੇ ਪੰਜਾਬ ਦੇ ਵਿੱਚ ਮਤਲਬ ਡਟ ਗਏ, ਇਹਨਾਂ ਨੂੰ ਪਤਾ ਲੱਗਿਆ ਕਿ ਫਿਰ ਤਾਂ ਗਾਂ ਵੋਟਾਂ ਤਾਂ ਛੱਡੋ, ਇਹਨਾਂ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ। ਇਹ ਤਾਂ ਇਹਨਾਂ ਨੇ ਮਾੜਾ ਜਿਹਾ ਅਸਤੀਫਾ ਦਿੱਤਾ। ਹੁਣ ਕਦੀ ਗਵਰਨਰ ਕੋ ਜਾਂਦੇ ਨੇ, ਕਦੀ ਰਾਸ਼ਟਰਪਤੀ ਕੋ ਜਾਂਦੇ, ਉਹਨਾਂ ਦੇ ਪੱਲੇ ਕੀ ਹੈ? ਉਹ ਕੁਝ ਨਹੀਂ ਕਰ ਸਕਦੇ। ਤੁਸੀਂ ਸਿੱਧਾ ਬੀਜੇਪੀ ਦੇ ਨਾਲ ਗੱਠਜੋੜ ਤੋੜੋ, ਐਲਾਨ ਕਰੋ, ਔਰ ਪੰਜਾਬ ਦੇ ਵਿੱਚ ਆਣ ਕੇ ਜ਼ਮੀਨ ਤੇ ਜਿਹੜੇ ਸੰਘਰਸ਼ ਕਰ ਰਹੇ ਉਹਨਾਂ ਦੀ ਸਪੋਰਟ ਕਰੋ। ਮੈਨੂੰ ਲੱਗਦਾ ਕਿ ਸਿਰਫ ਮਸਲਾ ਪੰਜਾਬ ਦਾ ਨਹੀਂ, ਹਰਿਆਣਾ ਦਾ, ਕਿਉਂਕਿ 2 ਸੂਬੇ ਨੇ ਜਿੱਥੇ ਮੰਡੀਕਰਨ ਸਿਸਟਮ ਸਭ ਤੋਂ ਵਧੀਆ ਹੈਗਾ। ਪੰਜਾਬ ਦੇ ਲੋਕ ਜਾ ਰਹੇ ਨੇ, ਹਰਿਆਣਾ ਨੇ ਰੋਕਤੇ ਹੈਗੇ ਜੀ। ਨਹੀਂ, ਉਹ ਤਾਂ ਫਿਰ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ। ਹਰਿਆਣੇ ਦੇ ਕਿਸਾਨ ਤਾਂ ਸਾਡੇ ਨਾਲ ਆ। ਹਰਿਆਣੇ 'ਚ ਬਹੁਤ ਡਟ ਕੇ ਅੰਦੋਲਨ ਚੱਲ ਰਿਹਾ ਵਾ। ਤੁਸੀਂ ਦੇਖ ਲੈਣਾ, ਅਗਲੀ ਵਾਰੀ ਵਾਈਪ ਆਊਟ ਹੋ ਜੂ ਬੀਜੇਪੀ ਦੀ ਸਰਕਾਰ। ਲੇਕਿਨ ਜਿਹੜਾ ਇਕੱਲਾ ਪੰਜਾਬ ਹਰਿਆਣਾ ਨਹੀਂ, ਮੇਰਾ ਖਿਆਲ ਹੈ ਕਿ ਹੁਣ ਦੇਸ਼ ਵਿਆਪਕ ਹੋ ਜਾਣੇ ਇਹ ਪ੍ਰੋਟੈਸਟ, ਕਿਉਂਕਿ ਰਾਜਸਥਾਨ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼, ਇਹ ਸਾਰੀਆਂ ਸਟੇਟਸ ਇਫੈਕਟ ਹੋ ਰਹੀਆਂ ਨੇ। ਔਰ ਇਹ ਠੀਕ ਹੈ ਕਿ ਕੁਝ ਸਟੇਟਸ ਵਿੱਚ, ਬਹੁਤੀਆਂ ਸਟੇਟਾਂ 'ਚ MSP ਹੈ ਨਹੀਂ ਸੀਗੀ, ਇਸ ਕਰਕੇ ਉਹਨਾਂ ਨੂੰ ਸੇਕ ਨਹੀਂ ਲੱਗ ਰਿਹਾ। ਪਰ ਜਿਹੜਾ ਇਹ ਮਾਡਲ ਹੈ ਨਾ, ਫ੍ਰੀ ਮਾਰਕੀਟ, ਜਾਂ ਜਿਹੜਾ ਸਾਰਾ ਬਾਜ਼ਾਰ ਸਭ ਲਈ ਖੁੱਲ੍ਹ ਜਾਊਗਾ ਪ੍ਰਾਈਵੇਟ ਪਲੇਅਰਸ ਲਈ, ਇਹਦਾ ਅਲਟੀਮੇਟਲੀ ਕਾਰਪੋਰੇਟ ਵਾਲਿਆਂ ਨੂੰ ਫਾਇਦਾ ਹੋਣਾ ਤੇ ਆਮ ਛੋਟੇ ਕਿਸਾਨ ਨੂੰ ਨੁਕਸਾਨ ਹੋਣਾ। ਇਸ ਗੱਲ ਦਾ ਅਹਿਸਾਸ ਸਾਰੇ ਦੇਸ਼ ਦੇ ਕਿਸਾਨਾਂ ਨੂੰ ਹੋਣ ਲੱਗ ਗਿਆ। ਔਰ ਜਿਹੜਾ ਫ੍ਰੀ ਮਾਰਕੀਟ ਦਾ ਐਕਸਪੈਰੀਮੈਂਟ ਸੀ, ਇਹ ਵੈਸਟਰਨ ਵਰਲਡ ਸਾਰਾ ਕਰ ਚੁੱਕੇ ਨੇ, ਇਹ ਆਲਰੇਡੀ ਫਲॉप ਤੇ ਫੇਲ ਹੋ ਚੁੱਕੇ ਨੇ। ਦੇਅਰਫੋਰ ਦੇयर इज़ नो ਪੁਆਇੰਟ ਇਨ ਪ੍ਰੈਸਿੰਗ ਫॉर ਥੀਸ ਲਾਜ਼। ਔਰ ਮੈਂ ਸਮਝਦਾ ਬੀਜੇਪੀ ਨੂੰ ਹਾਲੇ ਵੀ ਸਮਝ ਜਾਣਾ ਚਾਹੀਦਾ ਤੇ ਇਹ ਕਾਨੂੰਨ ਰੱਦ ਕਰ ਦੇਣੇ ਚਾਹੀਦੇ। ਬੀਜੇਪੀ ਨਰਿੰਦਰ ਮੋਦੀ ਦੀ ਸਰਕਾਰ ਇੱਕ ਕਨਸੈਪਟ ਲੈ ਕੇ ਆ ਰਹੀ ਹੈ, ਵਨ ਨੇਸ਼ਨ, ਉਹ ਵੀ ਖਤਰਨਾਕ ਹੈ ਜੀ। 100% ਇਹ ਤਾਂ ਕੋਈ ਸ਼ੁਬੇ ਵਾਲੀ ਗੱਲ ਹੀ ਨਹੀਂ ਕਿ ਇਹ ਦੇਸ਼ ਜਿਹੜਾ ਬੇਸਿਕਲੀ ਕਿੰਨੀਆਂ ਭਾਸ਼ਾਵਾਂ, ਕਿੰਨੇ ਧਰਮ ਤੇ ਕਿੰਨੀਆਂ ਰੀਜਨਲ ਐਸਪੀਰੇਸ਼ਨਸ ਨਾਲ ਬਣਿਆ ਵਾ। ਇਹਨੂੰ ਹੁਣ ਇੱਕ ਰੰਗ 'ਚ ਰੰਗਣਾ ਚਾਹੁੰਦੇ ਨੇ। ਇਹ ਤਾਂ ਆਪਾਂ ਨੂੰ ਹਿੰਦੀ ਵੀ ਲਾਗੂ ਕਰ ਦੇਣ ਲੱਗੇ ਸੀਗੇ। ਇਹ ਤਾਂ ਜੇ ਨਾ ਵਿਰੋਧ ਹੁੰਦਾ ਤਾਂ ਇਹਨਾਂ ਨੇ ਕਹਿਣਾ ਸੀ ਬਾਕੀ ਸਾਰੀਆਂ ਜ਼ੁਬਾਨਾਂ ਰੱਦ ਤੇ ਇਕੱਲੀ ਹਿੰਦੀ ਚੱਲੇਗੀ। ਆਹ ਜਿਹੜਾ GST ਵਾਲਾ ਵੀ ਫਾਰਮੂਲਾ ਸੀ, ਗਲਤ ਸੀਗਾ। ਵਨ ਨੇਸ਼ਨ ਵਨ ਟੈਕਸ, ਇਟ ਇਜ਼ ਨਾਟ ਫੀਜ਼ੀਬਲ। ਬੜਾ ਵਿਰੋਧ ਕੀਤਾ ਉਦੋਂ ਮਨਪ੍ਰੀਤ ਸਿੰਘ ਬਾਦਲ, ਕਹਿੰਦੇ ਨਹੀਂ ਜੀ ਇਹ ਟੈਕਸ ਹੀ ਬੜਾ ਅੱਛਾ ਬਣਨ ਲੱਗਾ ਕਾਨੂੰਨ ਜੀ, ਇਹ ਇਤਿਹਾਸਿਕ ਕਾਨੂੰਨ ਹੈ ਜੀ। ਹੁਣ 6500 ਕਰੋੜ ਰੁਪਈਆ ਸਾਡਾ ਹਲੇ ਮੋਦੀ ਸਾਹਿਬ ਦੀ ਸਰਕਾਰ ਮਾਰ ਕੇ ਬੈਠੀ। ਅੱਜ ਦੀ ਡੇਟ ਵਿੱਚ ਸੂਬੇ ਜਿਹੜੇ ਨੇ ਉਹ GST ਤੋਂ ਬਾਅਦ ਕੀ ਕਹਿੰਦੇ ਕਿ ਗਲੋਰੀਫਾਈਡ ਮਿਊਨਿਸਪੈਲਿਟੀਆਂ ਬਣ ਕੇ ਰਹਿ ਗਈਆਂ ਨੇ, ਕੋਈ ਅਧਿਕਾਰ ਨਹੀਂ ਇਹਨਾਂ ਦੇ ਕੋਲ। ਆਹ ਜਿਹੜਾ ਹੁਣ ਕਹਿੰਦੇ ਇੱਕ ਦੇਸ਼ ਇੱਕ ਮੰਡੀ, ਰਹਿੰਦਾ ਖੁੰਦਾ ਇਹਦੇ ਨਾਲ ਸੱਤਿਆਨਾਸ਼ ਕਰ ਦੇਣਗੇ।
ਕਿਉਂਕਿ ਭਾਰਤ ਜਿਹੜਾ ਵਾ ਇਹਦੀਆਂ ਦੇਖੋ ਨਾ ਜੀ ਕਿੰਨਾ ਮੌਸਮ ਬਦਲਦਾ, ਸੋਇਲ ਬਦਲਦੀ ਆ, ਪਹਿਰਾਵਾ ਬਦਲਦਾ, ਆਵਾਜ਼ ਬਦਲਦੀ ਆ, ਕਿੰਨਾ ਕੁਝ ਚੇਂਜਸ ਆ। ਤੇ ਤੁਸੀਂ ਕਹਿੰਦੇ ਕਿ ਸਾਰਿਆਂ ਨੂੰ ਇੱਕ ਨੱਕੇ ਦੇ ਵਿੱਚ ਦੀ ਕੱਢਣਾ, ਇਹ ਤਾਂ ਯੂਨਿਟਰੀ ਆ ਫਾਰਮ ਆਫ ਗਵਰਨਮੈਂਟ, ਇਹ ਤਾਂ ਤਾਨਾਸ਼ਾਹੀ ਆ, ਇਹ ਕੋਈ ਡੈਮੋਕ੍ਰੇਸੀ ਨਹੀਂ ਤੇ ਫੈਡਰਲਿਜ਼ਮ। ਇਹ ਫੈਡਰਲ ਢਾਂਚੇ ਨੂੰ ਬਹੁਤ ਵੱਡੀਆਂ ਸੱਟਾਂ ਮਾਰੇ, ਤਾਈਓ ਤਾਂ ਕਹਿੰਦੇ ਅਕਾਲੀ ਦਲ ਨੁਕਸਾਨ ਕਰਾ ਗਿਆ ਆਪਣਾ। ਜਿੱਦਣ ਜੰਮੂ ਕਸ਼ਮੀਰ ਦੇ 2 ਟੋਟੇ ਕੀਤੇ ਸੀ, ਅਕਾਲੀਆਂ ਨੂੰ ਬੋਲਣਾ ਚਾਹੀਦਾ ਸੀ। ਜਿੱਦਣ CAA ਦਾ ਬਿੱਲ ਪਾਸ ਹੋਇਆ, ਅਕਾਲੀਆਂ ਨੂੰ ਬੋਲਣਾ ਚਾਹੀਦਾ ਸੀ। ਜਿੱਦਣ ਆਰਡੀਨੈਂਸ ਆਏ ਸੀ, ਉਦੋਂ ਉੱਠ ਕੇ ਆ ਜਾਂਦੀ ਸਿਮਰਤ, ਉਦੋਂ ਮੰਨਣਾ ਸੀ ਲੋਕਾਂ ਨੇ ਕਿ ਹਰਸਿਮਰਤ ਕੌਰ ਨੇ ਠੀਕ। ਹੁਣ ਹਰਸਿਮਰਤ ਕੌਰ ਦੀ ਮੈਂ ਬਾਡੀ ਲੈਂਗੁਏਜ ਦੇਖਦਾ, ਮੈਨੂੰ ਜੈਨੂਅਲੀ ਮੈਂ ਕਹਿ ਰਿਹਾ ਕਿ ਉਹ ਕਹਿ ਤਾਂ ਰਹੇ ਨੇ ਕਿ ਅਸੀਂ ਇਹਦੇ ਖਿਲਾਫ ਹਾਂ, ਪਰ ਅੰਦਰੋਂ ਉਹਨਾਂ ਨੂੰ ਪਛਤਾਵਾ ਹੋ ਰਿਹਾ ਕਿ ਮੇਰੀ ਕੁਰਸੀ ਗਈ। ਉਹਨਾਂ ਦੇ ਚਿਹਰੇ ਤੋਂ ਨਜ਼ਰ ਆ ਰਿਹਾ, ਉਹਨਾਂ ਦੀ ਬਾਡੀ ਲੈਂਗੁਏਜ ਤੋਂ ਨਜ਼ਰ ਆ ਰਿਹਾ, ਦੇ ਆਰ ਨਾਟ ਲਾਈਕ ਦੈਟ। ਅੰਦਰੋਂ ਵਿਲਫੁਲ ਕਮਿਟਮੈਂਟ ਹੁੰਦੀ ਨਾ ਜਿਹੜੀ, ਜਦੋਂ ਬੰਦੇ ਦੇ ਕੋਈ ਅੰਦਰੋਂ ਦਿਲ 'ਚੋਂ ਗੱਲ ਨਿਕਲਦੀ, ਉਹਦੇ ਚਿਹਰੇ ਦੇ ਉਦਾਂ ਦੇ ਰੰਗ ਆ ਜਾਂਦੇ ਨੇ। ਹਰਸਿਮਰਤ ਕੌਰ ਦਾ ਚਿਹਰਾ ਲੱਥਿਆ ਹੋਇਆ ਉਦੋਂ ਜਿੱਦਣ ਦੀ ਕੁਰਸੀ ਗਈ ਉਹਨਾਂ ਦੀ। ਲੱਗਦਾ ਕਿ ਜਿੱਦਣ ਆਰਡੀਨੈਂਸ ਪਾਸ ਕੀਤੇ ਉਦੋਂ ਬਾਹਰ ਆਏ ਤੇ ਉਦੋਂ ਪੰਜਾਬ ਦੀ ਧੀ ਮੰਨੇ ਜਾਣਾ ਸੀ। ਹਾਂ, ਇਮੀਡੀਏਟਲੀ ਕੈਬਨਿਟ ਮੀਟਿੰਗ ਦੇ ਵਿੱਚੋਂ ਉੱਠ ਕੇ ਆਉਂਦੇ, ਪਹਿਲਾਂ ਪੜ੍ਹ ਲੈਂਦੇ ਅੱਛੀ ਤਰ੍ਹਾਂ, ਬਾਹਰ ਆਣ ਕੇ ਕਹਿੰਦੇ ਕਿ ਮੈਂ ਇਹਦੇ ਨਾਲ ਸਹਿਮਤ ਨਹੀਂ ਗੀ, ਔਰ ਅਗਰ ਇਹਨਾਂ ਨੇ ਆਰਡੀਨੈਂਸ ਅੱਜ ਪਾਸ ਕਰਨਾ ਕੈਬਨਿਟ, ਆਈ ਐਮ ਗੋਇੰਗ ਟੂ ਰਿਜ਼ਾਈਨ। ਔਰ ਫਿਰ ਆਪਣੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਬੁਲਾ ਕੇ ਹਫਤੇ ਦੇ ਵਿੱਚ ਅਲਾਇੰਸ 'ਤੇ ਕੋਈ ਫੈਸਲਾ ਲੈਣ ਦੇ, ਫਿਰ ਤਾਂ ਸਮਝਿਆ ਜਾਣਾ ਸੀ ਨਾ ਕਿ ਇਹਨਾਂ ਨੇ ਕੋਈ ਜੈਨੂਅਨ ਪੋਲੀਟੀਕਲ ਕਦਮ ਚੁੱਕਿਆ। ਹੁਣ ਤਾਂ ਮਜਬੂਰੀ 'ਚ ਨਜ਼ਰ ਆ ਰਿਹਾ, ਬੱਚਾ ਸਮਝ ਗਿਆ। ਪਰ ਕਹਿ ਰਹੇ ਅਕਾਲੀ ਦਲ ਕਹਿ ਰਹੇ ਕਿ ਅਸੀਂ ਮਨਾਉਂਦੇ ਰਹੇ ਨਰਿੰਦਰ ਮੋਦੀ ਸਰਕਾਰ ਨੂੰ, ਕਿ ਜਿੰਨੀਆਂ ਵੀ ਸਟੇਕ ਹੋਲਡਰ ਤੇ ਪਹਿਲਾਂ ਉਹਨਾਂ ਦੇ ਨਾਲ ਡਿਸਕਸ਼ਨ ਕਰ ਲੈਣੀ ਚਾਹੀਦੀ। ਉਹਨਾਂ ਨੇ ਤਾਂ ਇਹਨਾਂ ਦਾ ਅਸਤੀਫਾ ਮਿੰਟ ਵੀ ਨਹੀਂ ਲਾਇਆ, ਅਸਤੀਫਾ ਮਨਜ਼ੂਰ ਕਰਤਾ। ਉਹ ਤਾਂ ਚਾਹੁੰਦੇ ਸੀਗੇ ਬਾਹਰ ਜਾਣ, ਕਿਉਂਕਿ ਮੈਨੂੰ ਲੱਗਦਾ ਕਿਤੇ ਨਾ ਕਿਤੇ BJP ਵੀ ਮਹਿਸੂਸ ਕਰਦੀ ਸੀ ਕਿ ਬਾਦਲ ਦਾ ਪਰਿਵਾਰ ਸਾਡੇ ਤੇ ਹੁਣ ਇੱਕ ਬੈਗੇਜ ਹੈ, ਇੱਕ ਬੋਝ ਆ, ਕੋਈ ਪੋਲੀਟੀਕਲ ਫਾਇਦਾ ਨਹੀਂ ਦੇਣ ਵਾਲੇ। ਤੇ ਇਸ ਲਈ ਉਹਨਾਂ ਨੇ ਇਹਦੇ ਮੰਨੀ ਕੁਛ ਨਹੀਂ। ਇਹ ਹੋਰ ਪਹਿਲਾਂ 2 ਮਹੀਨੇ ਲਾਈ ਜਾਂਦੇ ਤਾਂ ਵੀ ਕੁਛ ਨਹੀਂ ਸੀ ਉਹਨਾਂ ਨੇ ਮੰਨਣੀ। ਉਹਨਾਂ ਨੇ ਪਾਰਲੀਮੈਂਟ 'ਚ ਇਹਨਾਂ ਦੀ ਇੱਕ ਮਿੰਟ ਵੀ ਨਹੀਂ ਗੱਲ ਸੁਣੀ। ਇਸ ਕਰਕੇ ਇਹਨਾਂ ਦਾ ਜਿਹੜਾ ਵਿਰੋਧ ਆ ਸਾਰਾ ਫਰਜ਼ੀ ਆ। ਅਸੀਂ ਕਿ ਪੰਜਾਬ ਦਾ ਕਿਸਾਨ ਜਾਗਿਆ ਹੈਗਾ, ਉਹਦੇ ਲਾਜ਼ਮੀ ਤੌਰ ਤੇ, ਕਿਉਂਕਿ ਬਹੁਤ ਜ਼ਿਆਦਾ ਵੋਟ ਬੈਂਕ ਕਿਸਾਨੀ ਹੈਗਾ, ਪੋਲੀਟੀਕਲ ਪਾਰਟੀਆਂ ਵੀ ਜਾਗੀਆਂ ਹੈਗੀਆਂ, ਲੇਕਿਨ ਉਹਨਾਂ ਨੇ ਕਿਹਾ ਕਿ ਸਾਡੇ 'ਚ ਕੋਈ ਨਾ ਆਵੇ। ਹੁਣ ਸਾਰੀਆਂ ਪੋਲੀਟੀਕਲ ਆਪਣੇ ਲੈਵਲ ਤੇ ਸਾਰਾ ਸਪੋਰਟ ਕਰਨ ਤੇ ਲੱਗੇ ਹੋਈਆਂ, ਫਾਇਦਾ ਮਿਲੇਗਾ ਜੀ। ਦੇਖੋ ਗੱਲ ਇਹ ਆ ਜਗਤਾਰ ਜੀ ਕਿ ਪੋਲੀਟੀਕਲ ਜਮਾਤ ਨੇ ਵੈਸੇ ਹੀ ਆਪਣੀ ਨਾ ਜਿਹੜੀ ਕ੍ਰੈਡੀਬਿਲਿਟੀ ਸੀ ਨਾ, ਉਹ ਗਵਾਈ ਹੋਈ ਆ। ਰੋਜ਼ ਤਾਂ ਅਖਬਾਰਾਂ 'ਚ ਪੜ੍ਹਦੇ ਆ ਮਾਈਨਿੰਗ ਮਾਫੀਆ, ਡਰੱਗ ਮਾਫੀਆ, ਸ਼ਰਾਬ ਮਾਫੀਆ, ਫਲਾਨਾ ਮਾਫੀਆ, ਤੇ ਵਿਚਾਰਾ ਵੋਟਰ ਕੀ ਕਰੂਗਾ। ਇਹ ਕ੍ਰੈਡੀਬਿਲਿਟੀ ਇੱਥੋਂ ਤੱਕ ਚਲੀ ਗਈ ਕਿ ਹੁਣ ਉਹ ਕਹਿੰਦੇ ਸਾਡੇ 'ਚ ਨਾ ਆਇਓ ਜੀ ਤੁਸੀਂ। ਇਸ ਕਰਕੇ ਉਹ ਕ੍ਰੈਡੀਬਿਲਿਟੀ ਜ਼ਿਆਦਾ ਇਹਨਾਂ ਟ੍ਰੈਡੀਸ਼ਨਲ ਪਾਰਟੀਆਂ ਨੇ ਖਰਾਬ ਕੀਤੀ, ਜਿਹੜੀਆਂ ਸਰਕਾਰਾਂ ਬਣਾਉਂਦੀਆਂ ਰਹੀਆਂ ਤੇ ਲੁੱਟਦੀਆਂ ਰਹੀਆਂ। ਇਸ ਲਈ ਮੈਂ ਤਾਂ ਆਪਣੇ ਕੋਲੀਗਸ ਨੂੰ ਸਾਰਿਆਂ ਨੂੰ ਕਹੂੰਗਾ ਕਿ ਇਹ ਜੇ 30 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਸਕਦੀਆਂ ਤੇ ਆਪਾਂ ਵੀ ਹੋ ਜਾਓ ਯਾਰ, ਲੜ ਲਿਓ ਬਾਅਦ 'ਚ। ਪਹਿਲਾਂ ਇਹਨਾਂ ਦੇ ਮੁੱਦੇ ਤੇ ਇੱਕ ਥਾਂ ਤੇ ਇਕੱਠੇ ਹੋ ਜੀ। ਕੋਈ ਕਹਿੰਦਾ ਮੈਂ ਦਿੱਲੀ ਚੱਲਿਆ ਵਾਂ, ਕੋਈ ਕਹਿੰਦਾ ਮੈਂ ਟਰੈਕਟਰ ਰੈਲੀ ਕੱਢ ਰਿਹਾ, ਕੋਈ ਕਹਿੰਦਾ ਮੈਂ ਐਂ ਕਰ ਰਿਹਾ ਵਾਂ। ਇਹ ਵੀ ਮੈਂ ਸਮਝਦਾ ਗਲਤ ਸੰਕੇਤ ਜਾ ਰਹੇ ਨੇ। ਕਰਨਾ ਸਾਨੂੰ ਵੀ ਪੈ ਰਿਹਾ, ਬਟ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਤਰੀਕੇ ਨਾਲ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਨਾਨ ਕਾਂਗਰਸ, ਨਾਨ BJP, SAD ਨੇ, ਇਹਨਾਂ ਨੂੰ ਇੱਕ ਥਾਂ ਤੇ ਧਿਆਨ। ਲੋਕ ਕਹਿੰਦੇ ਜਿਹੜਾ ਲੜਾਈ MSP ਮਿਨੀਮਮ ਸਪੋਰਟ ਪ੍ਰਾਈਸ ਨੂੰ ਹੈਗਾ, ਮਿਨੀਮਮ ਸਪੋਰਟਸ ਪੋਲਿਟਿਕਸ ਉਸ ਤੇ ਆ ਚੁੱਕੀ ਹੈ। ਮੈਂ ਸਮਝਦਾ, ਮੈਨੂੰ ਦਿਸ ਰਿਹਾ ਵਾ ਜਿੱਦਾਂ ਹੁਣ ਤੁਸੀਂ ਆਪੇ ਕਹੀ ਜਾਂਦੇ ਕਿ ਅਕਾਲੀ ਦਲ ਇਹਦੇ ਤੇ ਰਾਜਨੀਤੀ ਕਰ ਰਿਹਾ ਵਾ। ਜਿਹੜਾ ਕਾਂਗਰਸ ਸੀਗੀ, ਐਗਰੀਕਲਚਰ ਮਿਨਿਸਟਰ ਨੇ, ਮੈਂ ਆਪ ਸੁਣਿਆ, ਉਹਨੇ ਕਿਹਾ ਇਹਨਾਂ ਦੇ ਮੈਨੀਫੈਸਟੋ ਵਿੱਚ ਵੀ APMC ਨੂੰ ਖਤਮ ਕਰਨ ਦਾ ਵਾਅਦਾ ਸੀਗਾ। ਜੇ ਇਹਨਾਂ ਦੀ ਸਰਕਾਰ ਰਾਹੁਲ ਦੀ ਬਣ ਜਾਂਦੀ, ਇਹਨਾਂ ਨੇ ਵੀ ਉਡਾ ਦੇਣਾ ਸੀਗਾ। ਇਸ ਕਰਕੇ ਉਹਨਾਂ ਦੀ ਦੋਗਲੀ ਨੀਤੀ ਵੀ ਨਜ਼ਰ ਆਉਣ ਲੱਗ ਗਈ। ਭਗਵੰਤ ਮਾਨ ਅੰਦਰ ਵਿਰੋਧ ਕਰਦੇ ਆ ਵੋਟ ਵੇਲੇ, ਜਦੋਂ ਚਲੋ ਵੌਇਸ ਵੋਟ ਹੀ ਹੋਣੀ ਆ, ਉਦੋਂ ਲੱਭੇ ਹੀ ਨਹੀਂ। ਔਰ ਬਾਹਰ ਆਣ ਕੇ ਕਹਿੰਦੇ ਨਹੀਂ ਜੀ ਇਹਨਾਂ ਨੇ ਸੁਖਬੀਰ ਨੇ ਵੋਟਾਂ ਨਹੀਂ ਪਾਈਆਂ। ਦੇਖੋ, ਇੱਕ MP ਨੂੰ ਇੱਦਾਂ ਗੁੰਮਰਾਹ ਨਹੀਂ ਕਰਨਾ ਚਾਹੀਦਾ। ਉੱਥੇ ਵੋਟ ਤਾਂ ਪੈਂਦੀ ਨਹੀਂ ਗੀ। 90% ਆਫ ਦ ਬਿਲਸ ਆਰ ਪਾਸਡ ਬਾਈ ਵੌਇਸ ਵੋਟ। ਜੇ ਕੋਈ ਮੈਂਬਰ ਉੱਠ ਕੇ ਕਹੇ ਕਿ ਮੈਂ ਡਿਵੀਜ਼ਨ ਮੰਗਦਾ ਵਾਂ, ਇਹ 'ਤੇ ਵੋਟਾਂ ਪੈਣੀਆਂ ਚਾਹੀਦੀਆਂ, ਭਗਵੰਤ ਮਾਨ ਉਦੋਂ ਡਿਵੀਜ਼ਨ ਮੰਗ ਲੈਂਦਾ, ਫਿਰ ਪਤਾ ਲੱਗਣਾ ਸੁਖਬੀਰ ਨੇ ਵੋਟ ਪਾਈ ਕਿ ਨਹੀਂ। ਇਸ ਕਰਕੇ ਕਈ ਗੱਲਾਂ ਜਿਹੜੇ ਸਸਤੀ ਸ਼ੋਹਰਤ ਲੈਣ ਵਾਸਤੇ ਪੋਲੀਟੀਕਲ ਲੀਡਰਸ ਜਦੋਂ ਕਰਦੇ ਨੇ, ਇਹ ਰਿਅਲਾਈਜ਼ ਨਹੀਂ ਕਰਦੇ ਕਿ ਤੁਸੀਂ ਆਪਣਾ ਹੀ ਨੁਕਸਾਨ ਕਰ ਰਹੇ ਹੋ। ਸੈਂਟਰ ਦੇ ਵਿੱਚ ਕਾਂਗਰਸ ਪਾਰਟੀ ਓਪੋਜੀਸ਼ਨ ਪਾਰਟੀ ਆ, ਉਹ ਇਹ ਤਾਂ ਕਹਿ ਰਹੀ ਹੈ ਕਿ ਤਿੰਨੇ ਬਿੱਲ ਖਤਰਨਾਕ ਆ, ਪਰ ਇਹ ਨਹੀਂ ਕਹਿ ਰਹੀ ਕਿ ਜੇ ਸਾਡੀ ਸਰਕਾਰ ਹੋਊਗੀ ਇਹਨਾਂ ਨੂੰ ਰੱਦ ਕਰਾਂਗੇ ਜੀ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਕਾਂਗਰਸ ਨੇ ਇੰਨੇ ਅਰਸੇ ਤੋਂ ਜਦੋਂ ਰਾਜ ਕੀਤਾ ਸੀਗਾ, ਜਿਹੜੀ ਕਿਸਾਨੀ ਦੀ ਅੱਜ ਹਾਲਤ ਹੋਈ ਉਹ ਕਿਤੇ 10-12 ਦਿਨਾਂ 'ਚ ਜਾਂ 20-50 ਹਫ਼ਤਿਆਂ 'ਚ ਨਹੀਂ ਹੋਈ। ਇਹ ਜਿਹੜੀਆਂ ਐਂਟੀ ਫਾਰਮਰ ਪਾਲਿਸੀ ਸੀ ਪਿਛਲੇ 72 ਸਾਲ ਤੋਂ ਚੱਲ ਰਹੀਆਂ ਨੇ। MSP ਕਈ ਵਾਰੀ ਤਾਂ ਸਾਡੇ ਨਾਲ ਟੀਚਰ ਕਰਦੇ ਸੀ, 1 ਰੁਪਈਆ ਵਧਾਉਂਦੇ ਸੀਗੇ। 1 ਰੁਪਈਏ ਵਿੱਚ ਉਹਨਾਂ ਨੇ ਕਿੱਦਾਂ ਕੈਲਕੂਲੇਟ ਕਰ ਲਈ ਜੀ ਡੀਜ਼ਲ ਦੀ ਪ੍ਰਾਈਸ ਤੇ ਲੇਬਰ ਦੀ ਪ੍ਰਾਈਸ। ਐਤਕੀ ਇਕੱਲੇ ਲੇਬਰ ਦਾ ਨਾ ਹੋਣ ਕਰਕੇ ਵਜਾਈ ਜਿਹੜੀ ਝੋਨੀ ਦੀ ਆ, ਖਰੇ 4000 ਰੁਪਏ ਵੱਧ ਪਈ ਕਿੱਲੇ ਦੀ। ਉਹ ਕਿਸੇ ਨੇ ਗਿਣਨੀ ਆ ਉਹਦੇ ਵਿੱਚ। ਦੇਅਰਫੋਰ ਇਹ ਸਾਰੇ ਜਿਹੜੇ ਐਂਟੀ ਫਾਰਮਰ ਸਿਚੁਏਸ਼ਨ ਹੈ, ਇਹਦੇ 'ਚ ਕਾਂਗਰਸ ਇਹਦੇ 'ਚ ਨਾਲ ਜ਼ਿੰਮੇਵਾਰ ਤਾਂ ਹੈਗੀ ਹੈ। ਤੇ ਨਾਲ ਉਹਨਾਂ ਨੇ ਆਪਣੇ ਮੈਨੀਫੈਸਟੋ 'ਚ ਪਾਇਆ ਸੀਗਾ ਕਿ ਜੇ ਸਾਡੀ ਸਰਕਾਰ ਬਣੂਗੀ ਤਾਂ ਅਸੀਂ
APMC ਅਬੋਲਿਸ਼ ਕਰਾਂਗੇ, ਫ੍ਰੀ ਮਾਰਕੀਟ ਦੀ ਐਡਵੋਕੇਸੀ ਕਰਦੇ ਸੀਗੇ, ਸਾਰਾ ਕੁਝ ਹੋਈ ਕਰਦੇ ਸੀ। ਤੁਸੀਂ ਦੇਖੋ ਨਾ, ਜਦੋਂ BJP ਆਪੋਜੀਸ਼ਨ ਸੀ ਉਹ GST ਦਾ ਵਿਰੋਧ ਕਰਦੇ ਸੀ, ਹੁਣ ਉਹ ਰਾਜ ਵਿੱਚ ਆ ਗਏ ਤਾਂ ਉਹ GST ਦੀ ਬਿੱਲ ਲੈ ਜਾਂਦਾ ਉਹਨਾਂ ਨੇ। ਉਹ ਪਹਿਲਾਂ ਮਲਟੀਨੈਸ਼ਨਲਸ ਦੀ ਐਂਟਰੀ ਨੂੰ ਵਿਰੋਧ ਕਰਦੇ ਸੀਗੇ ਕਿ ਬਾਹਰਲੀਆਂ ਵਿਦੇਸ਼ੀ ਕੰਪਨੀਆਂ ਨਹੀਂ ਆਉਣੀਆਂ ਚਾਹੀਦੀਆਂ, ਤੇ ਹੁਣ ਸਾਰਾ ਕੁਝ 100% ਹੀ ਖੋਲ੍ਹ ਦਿੱਤਾ ਵਾ। ਦੇਅਰਫੋਰ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਇਹ ਵੈਸੇ ਤਾਂ ਸਹੀ ਮਾਇਨਿਆਂ ਵਿੱਚ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਗਠਬੰਧਨ ਗੱਠਜੋੜ ਟੁੱਟ ਜੇ, ਤਾਂ ਲੱਗਦਾ ਕਿ ਗੱਠਜੋੜ ਟੁੱਟ ਜੂਗਾ ਕਿਸਾਨਾਂ ਨੂੰ ਫਾਇਦਾ ਹੋਊਗਾ ਕਿ ਜਾਂ ਸੁਖਬੀਰ ਸਿੰਘ ਬਾਦਲ ਨੂੰ ਫਾਇਦਾ ਹੋਏਗਾ? ਨਹੀਂ, ਮੈਨੂੰ ਨਹੀਂ ਪਤਾ ਲੱਗਦਾ ਕਿਹਨੂੰ ਫਾਇਦਾ, ਬਟ ਇੱਕ ਆਪਣਾ ਪ੍ਰੋਟੈਸਟ ਰਜਿਸਟਰ ਕਰਾਉਣ ਦਾ ਕਰੈਕਟ ਮੈਥਡ ਹੈ। ਜਦ ਆਪਾਂ ਕਹਿੰਦੇ ਕਿ BJP ਸਾਡੀ ਸੁਣਦੀ ਨਹੀਂ ਗਈ, ਸਾਡਾ ਅਸਤੀਫਾ ਵੀ ਅੱਧੇ ਸਕਿੰਟ 'ਚ ਮਨਜ਼ੂਰ ਕਰਤਾ, ਅਸੀਂ 2 ਮਹੀਨੇ ਉਹਨਾਂ ਨੂੰ ਮਨਾਉਂਦੇ ਰਹੇ, ਉਹ ਮੰਨੇ ਨਹੀਂ, ਤੇ ਫਿਰ ਉਹਨਾਂ ਰਹਿ ਕੇ ਕੀ ਕਰਨਾ ਵਾ? ਇਸ ਕਰਕੇ ਥੋੜੀ ਕਲੈਰਿਟੀ ਆਊ ਪੰਜਾਬ ਦੀ ਰਾਜਨੀਤੀ 'ਚ ਕਿ ਕੌਣ ਕਿੱਥੇ ਖੜਾ ਵਾ। ਹਾਲੇ ਤਾਂ ਮਲਗੋਬਾ ਜਿਹਾ ਹੋਇਆ, ਪਤਾ ਨਹੀਂ ਲੱਗਦਾ ਕੌਣ ਕਿੱਧਰ ਨੂੰ ਆ। ਤਾਂ ਲੱਗਦਾ ਕਿ ਆਰ-ਪਾਰ ਦੀ ਜਿਹੜੀ ਲੜਾਈ ਆ, ਆਰ-ਪਾਰ ਦੀ ਲੜਾਈ ਦੇ ਨਾਲ ਪੰਜਾਬ ਦਾ ਭਲਾ ਹੋਊਗਾ, ਕਿਸਾਨਾਂ ਦਾ ਭਲਾ ਹੋਊਗਾ, ਜਾਂ ਸੈਂਟਰ ਲੈਵਲ ਤੇ ਇੱਕ ਐਡੀ ਵੱਡੀ ਮੂਵਮੈਂਟ ਖੜੀ ਹੋ ਰਹੀ ਹੈ ਕਿਸਾਨਾਂ ਨੂੰ ਲੈ ਕੇ ਸੈਂਟਰ ਦੇ ਖਿਲਾਫ? ਨਹੀਂ, ਉਹ ਮੂਵਮੈਂਟ ਦਾ ਹਿੱਸਾ ਸਾਨੂੰ ਬਣਨਾ ਚਾਹੀਦਾ ਵਾ, ਅਸੀਂ ਉਹਨਾਂ ਦੇ ਹਤੈਸ਼ੀ ਹਮੈਤੀ ਆ। ਆਰ-ਪਾਰ ਦੀ ਮੈਂ ਲੜਾਈ ਤਾਂ ਕਹਿੰਦਾ ਵੇ, ਪਹਿਲਾਂ ਕਿਹੜੀ ਕਸਰ ਛੱਡੀ? ਤੁਹਾਡੇ ਪਾਣੀ ਤੁਹਾਡੇ ਖੋਲੇ ਹੋਏ ਨੇ, 14 ਲੱਖ ਟਿਊਬਵੈੱਲ ਨਾਲ ਅਸੀਂ ਪਾਣੀ ਆਪਣਾ ਰੱਦੀ ਕਰ ਦਿੱਤਾ, ਸਟੇਟ ਬੰਜਰ ਬਣ ਜਾ ਰਹੀ, ਨਾਸਾ ਦੀਆਂ ਸੈਟੇਲਾਈਟਸ ਇਹਨੂੰ ਰੈੱਡ ਸਪੌਟ ਕਹਿੰਦੀਆਂ ਨੇ, ਔਰ ਦਰਬਾਰ ਸਾਹਿਬ ਤੇ ਟੈਂਕ ਚੜ੍ਹ ਚੁੱਕੇ ਨੇ। ਜਿਹੜਾ ਇਤਿਹਾਸ ਬੋਲ ਰਿਹਾ, ਸਟੇਟ ਨਹੀਂ ਬਣਨ ਦਿੱਤੀ, ਚੰਡੀਗੜ੍ਹ ਖੋਹ ਲਿਆ, ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢ ਦਿੱਤੇ, ਪਾਣੀ ਦਾ ਅਵਾਰਡਸ ਦਰਿਆਵਾਂ ਦਾ ਆਪੇ ਹੀ ਦੇ ਦਿੱਤਾ ਪ੍ਰਾਈਮ ਮਿਨਿਸਟਰ ਨੇ ਦਿੱਲੀ ਬਹਿ ਕੇ, ਸਾਨੂੰ ਪੁੱਛਿਆ ਹੀ ਨਹੀਂਗਾ। ਤੋ ਇਸ ਕਰਕੇ ਇਹ ਜਿਹੜੇ ਰਿਪੀਟਡ ਅਟੈਂਪਟਸ ਨੇ, ਤਾਂ ਹੀ ਮੈਂ ਕਹਿਣਾ ਕਿ ਪੰਜਾਬ ਦਾ ਹਾਲਾਤ ਖਰਾਬ ਹੋ ਸਕਦੇ ਨੇ, ਤੇ ਖਰਾਬੀ ਦਾ ਇਹ ਜ਼ਿੰਮੇਵਾਰ ਨੇ। ਵਾਟ ਦੇ ਆਰ ਡੂਇੰਗ ਇਜ਼ ਬੇਸਿਕਲੀ ਅਗੇਂਸਟ ਦਿਸ ਸਪਿਰਿਟ ਆਫ ਡੈਮੋਕ੍ਰੇਸੀ ਐਂਡ ਐਂਟੀ ਪੰਜਾਬ, ਐਂਟੀ ਫਾਰਮਰ। ਮੈਨੂੰ ਲੱਗਦਾ ਕਿ ਜਿਹੜੀ ਹਕੂਮਤ ਹੈ ਸੈਂਟਰ ਦੇ ਵਿੱਚ, ਕੋਈ ਵੀ ਰਾਜ ਕਰੇ, ਪੰਜਾਬ ਉਹਨਾਂ ਦੀ ਈਨ ਨਹੀਂ ਮੰਨਦਾ ਹੈਗਾ। ਨਹੀਂ, ਪੰਜਾਬ ਨੂੰ ਟਾਰਗੇਟ ਤੇ ਵੀ ਰੱਖਦੇ ਨੇ ਮਿੱਥ ਕੇ। ਹੁਣ ਜੇ ਆਹ ਕਾਨੂੰਨ ਬਣਾਇਆ ਵਾ, ਅਸੀਂ ਕਹਿੰਦੇ ਸਾਨੂੰ ਛੱਡ ਦਿਓ, ਉਹ ਕਹਿੰਦੇ ਤੁਹਾਨੂੰ ਨਹੀਂ ਅਸੀਂ ਛੱਡਣਾ। ਇਹਦਾ ਮਤਲਬ ਉਹਨਾਂ ਨੂੰ ਸਾਡੇ ਨਾਲ ਜ਼ਿਆਦਾ ਚਿੜ ਨਜ਼ਰ ਆ ਰਹੀ ਕਿ ਤੁਹਾਨੂੰ ਤਾਂ ਅਸੀਂ ਇਸ ਕਾਨੂੰਨ ਨੂੰ ਲਿਆਵਾਂਗੇ, ਤੁਹਾਡਾ 4000 ਕਰੋੜ ਰੁਪਈਆ ਮੰਡੀ ਬੋਰਡ ਦਾ ਖੋਵਾਂਗੇ, ਤੇ ਫਿਰ ਫਾਇਦਾ ਕੀ ਇਸ ਗੱਲ ਦਾ? ਇਹ ਚੜਾ ਰਹੇ ਨੇ। 2014 ਚ ਨਹੀਂ ਮੋਦੀ ਦਾ ਫੁੱਲ ਇੱਥੇ ਕਮਲ ਖਿਲਿਆ ਹੈਗਾ, 2019 ਚ ਨਹੀਂ ਕਮਲ ਦਾ ਫੁੱਲ ਖਿਲਿਆ ਹੈਗਾ, ਇਹ ਸਾਰੀ ਵਜ੍ਹਾ ਉਹੀ ਹੈ ਜਾਂ ਸੈਂਟਰ ਪਿਛਲੇ ਸਮੇਂ ਤੋਂ ਧੱਕਾ ਕਰਦਾ ਰਹੇਗਾ? ਬੇਸਿਕਲੀ ਇੱਕ ਮਿਨੋਰਿਟੀ ਸਟੇਟ ਹੈ, ਇਹਦੇ 'ਚ ਜਿੱਥੇ ਵੀ ਮਿਨੋਰਿਟੀਜ਼ ਬੈਠੀਆਂ, ਕੇਰਲਾ, ਜੰਮੂ ਕਸ਼ਮੀਰ ਤੇ ਪੰਜਾਬ, ਇਹਦੇ 'ਚ BJP ਨੂੰ ਨਹੀਂ ਫਾਇਦਾ ਹੋਇਆ। ਆਹ ਜਿਹੜਾ ਉਹਨਾਂ ਨੇ ਆਹ ਕੰਮ ਕਰਤਾ, ਕਿਸਾਨ ਤੱਕ ਸੀਮਤ ਰਹਿਣਗੇ। ਮੇਰਾ ਨਹੀਂ ਖਿਆਲ ਪਿੰਡਾਂ ਦੇ ਵਿੱਚ BJP ਨੂੰ ਕੋਈ ਲਿਜਾ ਸਕਦਾ ਵਾ। ਈਵਨ ਸੁਖਬੀਰ ਸਿੰਘ ਬਾਦਲ ਕਵੇ ਕਿ ਆਓ ਮੈਂ ਤੁਹਾਨੂੰ ਪਿੰਡਾਂ 'ਚ ਲੈ ਜਾਣ, ਆਈ ਡੋਂਟ ਥਿੰਕ ਸੋ ਦੇ ਵਿਲ ਬੀ। ਧੰਨਵਾਦ। ਜਿੱਥੋਂ ਤੱਕ ਪੰਜਾਬ ਦਾ ਮਸਲਾ, ਪੰਜਾਬ ਦੇ ਕਿਸਾਨਾਂ ਦਾ ਮਸਲਾ, ਜੋ ਸੈਂਟਰ ਸਰਕਾਰ ਵੱਲੋਂ ਬਿੱਲ ਪਾਸ ਕੀਤੇ ਗਏ ਨੇ, ਪੰਜਾਬ ਦਾ ਕਿਸਾਨ ਕੀ ਬੱਚਾ ਕਹਿ ਚੁੱਕਾ ਕਿ ਜੇ ਸੈਂਟਰ ਨੇ ਜਿਹੜੇ ਬਿੱਲ ਲਾਗੂ ਕੀਤੇ ਨੇ ਉਹਦੇ ਨਾਲ ਪੰਜਾਬ ਦਾ ਨੁਕਸਾਨ ਹੋਏਗਾ, ਔਰ ਜੇ ਪੰਜਾਬ ਦਾ ਕਿਸਾਨ ਹੀ ਮਰ ਗਿਆ ਤੇ ਦੇਸ਼ ਨੂੰ ਵੀ ਬਚਣਾ ਮੁਸ਼ਕਲ ਹੋ ਜਾਏਗਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਨਿਊਜ਼, ਚੰਡੀਗੜ੍ਹ।